ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਰਾਗ ਬਿਰਾਗਣ ਮਹੱਲੇ ਤੀਜੇ ਦੇ 9ਵੇਂ ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਰਾਗ ਬਿਰਾਗਣ ਮਹੱਲਾ ਤੀਜਾ। ਸਤਿਗੁਰ ਤੇ ਜੋ ਮੂੰਹ ਫੇਰੇ ਤੇ ਵੇ ਮੁਖ ਬੁਰੇ ਦਿਸਨ। ਅੰਧਨ ਬੱਧੇ ਮਾਰੀਅਨ ਫਿਰ ਵੇਲਾ ਨਾ ਲਹਨ। ਹਰ ਹਰ ਰਾਖੋ ਕਿਰਪਾ ਧਾਰ ਸਤ ਸੰਗਤ ਮੈਂ ਲਾਏ ਪ੍ਰਭ। ਹਰ ਹਿਰਦੇ ਹਰ ਗੁਣ ਸਾਰ ਰਹਾਓ। ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਪਾਏ ਚਲਨ। ਆਪ ਛੋੜ ਸੇਵਾ ਕਰਨ ਜੀਵਤ ਮੁਏ ਰਹਨ। ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ। ਉਹ ਕਿਉ ਮਨੋ ਵਸਾਰੀਏ ਹਰ ਰਖੇ ਹਿਰਦੇ ਤਾਰ। ਨਾਮ ਮਿਲੀਏ ਪਤ ਪਾਈਏ ਨਾਮ ਮਨੀਏ ਸੁਖ ਹੋਏ। ਸਤਿਗੁਰ ਤੇ ਨਾਮ ਪਾਈਏ ਕਰ ਮਿਲੇ ਪ੍ਰਭ ਸੋਏ। ਸਤਿਗੁਰ ਤੇ ਜੋ ਮੂੰਹ ਫੇਰੇ ਓਏ ਭਰਮ ਦੇ ਨਾ ਟਿਕਨ। ਧਰਤ ਅਸਮਾਨ ਨ ਝੱਲਈ ਵਿੱਚ ਵਿਸਟਾ ਪੈ ਪਚਨ। ਇਹ ਜਗ ਮੇ ਭਰਮ ਭੁਲਾਇਆ ਮੋਹ ਠਗਿਓਲੀ ਪਾਏ। ਜਿਨਾ ਸਤਿਗੁਰ ਭੇਟਿਆ ਤਿਨ ਨੀੜ ਨ ਪਿਟੇ ਮਾਏ। ਸਤਿਗੁਰ ਸੇਵਨ ਸੇ ਸੋਹਣੇ ਹਉਮੈ ਮੈਲ ਗਵਾਏ। ਸ਼ਬਦ ਰਤੇ ਸੇ ਨਿਰਮਲੇ ਚੱਲੇ ਸਤਿਗੁਰ ਪਾਏ। ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ। ਜਨ ਨਾਨਕ ਸਰਨਾਗਤੀ ਜੋ ਪਾਵੇ ਤਿਵੇਂ ਛਡਾਏ। ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ। ਜਨ ਨਾਨਕ ਸਰਨਾਗਤੀ ਜੋ ਪਾਵੇ ਤਿਵੇਂ ਛਡਾਏ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਜੋ ਜੀਵ ਜਿਸ ਪਰਮੇਸ਼ਰ ਨੇ ਇਹ ਮਨੁੱਖਾ ਜੀਵਨ ਸਾਨੂੰ ਬਖਸ਼ਿਆ ਹੈ ਜੀ, ਉਸ ਤੋਂ ਬੇਮੁਖ ਹੋ ਕੇ ਪਰਮੇਸ਼ਰ ਤੋਂ ਭਾਵ ਜਿਸ ਨੇ ਇਹ ਮੁੱਲਾ ਜੀਵਨ ਦਿੱਤਾ ਹੈ, ਬਖਸ਼ਿਆ ਹੈ, ਉਸ ਤੋਂ ਅਸੀਂ ਮੂੰਹ ਫੇਰ ਲਈਏ ਤਾਂ ਗੁਰੂ ਜੀ ਕਹਿੰਦੇ ਹਨ ਉਹ ਬੇਮੁਖ ਬਹੁਤ ਭੈੜੇ ਦਿਖਾਈ ਦਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਹਰ ਵੇਲੇ ਸੰਸਿਆਂ ਭਰਮਾਂ ਵਿੱਚ ਭਾਵ ਮਾਇਆਵੀ ਵਿਕਾਰਾਂ ਵਿੱਚ ਬੱਧੇ ਹੋਏ ਮਰਿੰਦੇ ਕੁਟਿੰਦੇ ਰਹਿੰਦੇ ਹਨ ਜੀ। ਭਾਵ ਮਾਇਆਵੀ ਵਿਕਾਰਾਂ ਵਿੱਚ ਹੀ ਫਸੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਨੂੰ ਗੁਰੂ ਦੇ ਸਨਮੁਖ ਹੋਣ ਲਈ ਭਾਵ ਮਨੁੱਖਾ ਜੀਵਨ ਦਾ ਮੁੜ ਅਵਸਰ ਨਹੀਂ ਮਿਲਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ ਸਾਡੀ ਤੁਹਾਡੇ ਅੱਗੇ ਬੇਨਤੀ ਅਤੇ ਅਰਦਾਸ ਹੈ ਜੀ ਕਿ ਤੁਸੀਂ ਆਪਣੀ ਮਿਹਰ ਕਿਰਪਾ ਕਰਕੇ ਸਾਨੂੰ ਭੈੜਿਆਂ ਨੂੰ ਸਾਡੇ ਭੈੜੇ ਕੰਮਾਂ ਤੋਂ ਮਾਇਆਵੀ ਵਿਕਾਰਾਂ ਤੋਂ ਬਚਾ ਲਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਦੀ ਸਾਧ ਸੰਗਤ ਨਾਲ ਮਿਲਾ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਣੇ ਚਾਹੀਦੇ ਹਨ ਜੀ। ਪਰ ਭਾਵ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਮਨ ਅਤੇ ਹਿਰਦੇ ਵਿੱਚ ਸਮਾਉਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਪਰਮੇਸ਼ਰ ਨੂੰ ਉਹ ਗੁਰਮੁਖ ਚੰਗੇ ਲੱਗਦੇ ਹਨ ਜੀ ਜੋ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁਰੂ ਦੇ ਭਾਣੇ ਨੂੰ ਹੁਕਮ ਨੂੰ ਸਮਝਦੇ ਹਨ ਜੀ। ਉਹਨਾਂ ਨੂੰ ਉਸਦੀ ਸੋਝੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਵਿਚਰਦੇ ਗੁਰਮੁਖ ਆਪਣਾ ਆਪ ਭਾਵ ਹੰਕਾਰ ਮਾਇਆਵੀ ਵਿਕਾਰ ਜਿਉਂਦਿਆਂ ਹੀ ਛੱਡ ਦਿੰਦੇ ਹਨ। ਭਾਵ ਉਹ ਉਹਨਾਂ ਨੂੰ ਮਾਰ ਕੇ ਅਤੇ ਸੰਤ ਦੀ ਜ਼ਿੰਦਗੀ ਜਿਉਂਦੇ ਹਨ ਜੀ। ਗੁਰਮੁਖਾਂ ਦੀ ਜ਼ਿੰਦਗੀ ਜਿਉਂਦੇ ਹਨ। ਭਾਵ
ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਦੀ ਚਰਨੀ ਉਸ ਚਰਨ ਦੀ ਧੂੜ ਬਣੇ ਰਹਿੰਦੇ ਹਨ ਜੀ। ਭਾਵ ਉਹ ਦਾਸ ਫਿਰ ਗੁਰੂ ਤੋਂ ਬੇਮੁਖ ਮੂੰਹ ਨਹੀਂ ਮੋੜਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਜਿਸ ਪਰਮੇਸ਼ਰ ਨੇ ਸਾਨੂੰ ਇਹ ਸਰੀਰ ਤੇ ਪ੍ਰਾਣ ਦਿੱਤੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਸ ਦੀ ਕਾਰ ਕਰਨੀ ਚਾਹੀਦੀ ਹੈ ਜੀ। ਭਾਵ ਉਸ ਦੇ ਹੁਕਮ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਿਮਰਨਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਾਡਾ ਗੁਰਸ਼ਬਦ ਗੁਰਬਾਣੀ ਨਾਮ ਜੇ ਸਾਡੇ ਕਰਮਾਂ ਵਿੱਚ ਲਿਖਿਆ ਹੋਇਆ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਨੇ ਉਸ ਪਰਮੇਸ਼ਰ ਨੂੰ ਅਸੀਂ ਫਿਰ ਕਿਉਂ ਭੁਲਾਈਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਦਾ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਣਾ ਚਾਹੀਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਲਿਵ ਲਗਾਉਣੀ ਚਾਹੀਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਗੁਰਸ਼ਬਦ ਗੁਰਬਾਣੀ ਨਾਮ ਨਾਲ ਲਿਵ ਲਗਾਉਣ ਨਾਲ ਹੀ ਸੱਚੀ ਪ੍ਰਤਿਸ਼ਠਾ ਪ੍ਰਾਪਤ ਹੁੰਦੀ ਹੈ ਜੀ। ਅਤੇ ਗੁਰਸ਼ਬਦ ਨਾਮ ਨਾਲ ਮਿਲਿਆ ਹੀ ਪਰਲੋਕ ਦਾ ਸੁੱਖ ਪ੍ਰਾਪਤ ਹੁੰਦਾ ਹੈ ਜੀ। ਭਾਵ ਆਵਾਗਮਨ ਦੀ ਸਮਝ ਆਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਨਾਮ ਸਤਿਗੁਰ ਤੋਂ, ਭਾਵ ਗੁਰਬਾਣੀ ਰੂਪ ਸਤਿਗੁਰ ਤੋਂ ਗੁਰਸ਼ਬਦ ਪ੍ਰਾਪਤ ਹੁੰਦਾ ਹੈ ਜੀ। ਅਤੇ ਸਤਿਗੁਰ ਦੀ ਮਿਹਰ ਕਿਰਪਾ ਨਾਲ ਜੇ ਉਹ ਕਰਮਾਂ ਵਿੱਚ ਹੋਵੇ ਤੇ ਫਿਰ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਜਿਹੜੇ ਜੀਵ ਮਨੁੱਖ ਪਰਮੇਸ਼ਰ ਰੂਪ ਸਤਿਗੁਰ ਤੋਂ ਆਪਣਾ ਮੂੰਹ ਫੇਰ ਲੈਂਦੇ ਹਨ ਜੀ, ਭਾਵ ਜਿਸ ਪਰਮੇਸ਼ਰ ਨੇ ਜੀਵਨ ਬਖਸ਼ਿਆ ਹੈ ਜੀ, ਉਸ ਤੋਂ ਉਹ ਬੇਮੁਖ ਹੋ ਜਾਂਦੇ ਹਨ ਜੀ, ਭਰਮਦੇ ਹਨ ਜੀ, ਅਤੇ ਇੱਕ ਥਾਂ ਟਿਕਦੇ ਨਹੀਂ ਹਨ ਜੀ। ਭਾਵ ਉਹ ਮਾਇਆਵੀ ਵਿਕਾਰਾਂ ਵਿੱਚ ਫਸੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਨਾ ਉਹਨਾਂ ਵਾਸਤੇ ਧਰਤੀ ਅਤੇ ਨਾ ਹੀ ਅਸਮਾਨ ਵਿੱਚ ਜਗ੍ਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਫਿਰ ਉਹਨਾਂ ਦਾ ਜੀਵਨ ਵਿਸ਼ਟਾਂ ਵਿਕਾਰਾਂ ਵਿੱਚ ਹੀ ਸੜ ਜਾਂਦਾ ਹੈ ਜੀ। ਅਤੇ ਉਹਨਾਂ ਨੂੰ ਨਾ ਇੱਥੇ ਨਾ ਉੱਥੇ, ਭਾਵ ਨਾ ਇਸ ਜੀਵਨ ਵਿੱਚ ਤੇ ਨਾ ਇਸ ਜੀਵਨ ਤੋਂ ਬਾਅਦ ਢੋਈ ਮਿਲਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਗੁਰਮੁਖੋ, ਪਰਮੇਸ਼ਰ ਨੇ ਇਸ ਜਗਤ ਸੰਸਾਰ ਨੂੰ ਠੱਗ ਬੂਟੀ ਪਾ ਕੇ, ਭਾਵ ਚਮਕੀਲੀ ਮਾਇਆ ਦੇ ਮੋਹ ਅਤੇ ਭਰਮਾਂ ਵਿੱਚ ਭੁਲਾਇਆ ਹੋਇਆ ਹੈ ਜੀ, ਫਸਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਿਨ੍ਹਾਂ ਗੁਰਮੁਖਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਤਿਗੁਰੂ ਮਿਲ ਪਿਆ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਦੇ ਨੇੜੇ ਮਾਇਆਵੀ ਵਿਕਾਰ ਨਹੀਂ ਆਉਂਦੇ ਜੀ। ਭਾਵ ਉਹਨਾਂ ਨੂੰ ਫਿਰ ਮਾਇਆਵੀ ਵਿਕਾਰ ਤੰਗ ਨਹੀਂ ਕਰਦੇ ਜੀ, ਕਿਉਂਕਿ ਉਹ ਆਪਣੇ ਮਾਇਆਵੀ ਵਿਕਾਰਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਕਾਬੂ ਵਿੱਚ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੇ ਗੁਰਮੁਖ ਹਉਮੈ ਦੀ ਮੈਲ, ਭਾਵ ਮਾਇਆਵੀ ਵਿਕਾਰਾਂ ਨੂੰ ਖਤਮ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਤਿਗੁਰ ਨੂੰ ਸੇਵਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਗੁਰੂ ਦੇ ਸ਼ਬਦ ਨਾਮ ਵਿੱਚ ਰਤੇ ਹੋਏ, ਭਾਵ ਰੰਗੇ ਹੋਏ ਹਨ ਜੀ। ਅਤੇ ਉਹ ਗੁਰਮੁਖ ਨਿਰਮਲ ਹਨ ਜੀ, ਅਤੇ ਪਰਮੇਸ਼ਰ ਰੂਪ ਸਤਿਗੁਰ ਦੇ ਭਾਣੇ ਵਿੱਚ ਹੁਕਮ ਵਿੱਚ ਚੱਲਦੇ ਹਨ ਜੀ। ਉਹਨਾਂ ਨੂੰ ਪਰਮੇਸ਼ਰ ਦੇ ਹੁਕਮ ਦੀ ਸੋਝੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਸਾਡੀ ਪਰਮੇਸ਼ਰ ਅੱਗੇ ਬੇਨਤੀ ਅਤੇ ਅਰਦਾਸ ਹੈ ਜੀ ਕਿ ਪਰਮੇਸ਼ਰ ਹਰ ਇੱਕ ਤੂੰ ਹੀ ਤੂੰ ਸਭਨਾਂ ਦਾ ਦਾਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਤੂੰ ਆਪ ਹੀ ਸਾਡੇ ਗੁਨਾਹਾਂ ਨੂੰ ਬਖਸ਼ ਕੇ ਆਪਣੇ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਾਨੂੰ ਆਪਣੀ ਸ਼ਰਨ ਵਿੱਚ
ਰੱਖ ਲਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਆਵੀ ਵਿਕਾਰਾਂ ਨੂੰ ਕਾਬੂ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸ਼ਰਨ ਵਿੱਚ ਮੈਂ ਆਇਆ ਹਾਂ ਜੀ। ਅਤੇ ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਤੁਹਾਨੂੰ ਭਾਉਂਦਾ ਹੈ ਉਸ ਤਰ੍ਹਾਂ ਤੁਸੀਂ ਸਾਨੂੰ ਰੱਖ ਲਓ ਜੀ, ਅਤੇ ਸਾਨੂੰ ਮੋਹ ਮਾਇਆ ਦੇ ਮਾਇਆਵੀ ਵਿਕਾਰਾਂ ਦੇ ਬੰਧਨਾਂ ਤੋਂ ਛੁਡਾ ਲਵੋ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਹੜੇ ਗੁਰਮੁਖ ਜੀਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨਾਲ ਜੁੜਦੇ ਹਨ ਜੀ, ਉਹਨਾਂ ਨੂੰ ਮਾਇਆਵੀ ਵਿਕਾਰ ਫਿਰ ਤੰਗ ਨਹੀਂ ਕਰਦੇ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਜੋ ਬੇਮੁਖ ਹਨ ਜੀ, ਉਹ ਮਾਇਆਵੀ ਬੰਧਨਾਂ ਵਿੱਚ ਆਪਣਾ ਜੀਵਨ ਗ੍ਰਸਤ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਨੇ ਸਾਨੂੰ ਇਹ ਮਨੁੱਖਾ ਜੀਵਨ ਬਖਸ਼ਿਆ ਹੈ ਜੀ, ਉਸ ਪਰਮੇਸ਼ਰ ਨੂੰ ਹੀ ਅਸੀਂ ਭੁੱਲੇ ਹੋਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਮਨੁੱਖ ਮੋਹ ਮਾਇਆ ਅਤੇ ਭਰਮਾਂ ਵਿੱਚ ਭੁੱਲੇ ਹੋਏ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦੂਜੇ ਪਾਸੇ ਜੋ ਗੁਰਮੁਖ ਗੁਰੂ ਪ੍ਰਤੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਨਮੁਖ ਹਨ ਜੀ, ਭਾਵ ਲਿਵ ਲਗਾਉਂਦੇ ਹਨ ਜੀ, ਉਹ ਸਦਾ ਪਰਮੇਸ਼ਰ ਗੁਰੂ ਦੇ ਬਾਣੇ ਵਿੱਚ ਚੱਲਦੇ ਹਨ ਜੀ, ਅਤੇ ਈਸ਼ਵਰੀ ਦੁਆਰ ਉੱਤੇ ਪਰਮੇਸ਼ਰ ਦੇ ਦਰਬਾਰ ਵਿੱਚ, ਭਾਵ ਪਰਮੇਸ਼ਰ ਦੇ ਦਰਬਾਰ ਵਿੱਚ ਆਪਣੇ ਆਪ ਨੂੰ ਉਸ ਦੇ ਕਾਬਲ ਬਣਾ ਕੇ ਪ੍ਰਤਿਸ਼ਠਾ ਪ੍ਰਾਪਤ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੋਹ ਮਾਇਆ ਉਹਨਾਂ ਨੂੰ ਤੰਗ ਨਹੀਂ ਕਰਦੀ ਜੀ, ਭਾਵ ਕਿਉਂਕਿ ਉਹਨਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣਾ ਮਨ ਅਤੇ ਹਿਰਦਾ ਨਿਰਮਲ ਕਰ ਲਿਆ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਰੂਪ ਸਤਿਗੁਰ ਦੁਆਰਾ ਗੁਰਸ਼ਬਦ ਗੁਰਬਾਣੀ ਨਾਮ ਦੀ ਦਾਤ ਪ੍ਰਾਪਤ ਕਰਕੇ ਉਹ ਗੁਰਮੁਖ ਸਹਿਜ ਅਵਸਥਾ ਵਿੱਚ ਜਿਉਂਦੇ ਹਨ ਜੀ, ਭਾਵ ਉਹਨਾਂ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਹ ਗੁਰੂ ਦੇ ਬਾਣੇ ਅਤੇ ਹੁਕਮ ਨੂੰ ਸਮਝਦੇ ਹਨ ਜੀ, ਅਤੇ ਉਸ ਵਿੱਚ ਹੀ ਰਹਿੰਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।